Hello students, in this lecture we discuss evaluation of population policy and family welfare. 1952 ਦੇ ਵਿੱਚ ਜਿਹੜੀ ਇੰਡੀਅਨ ਗਵਰਨਮੈਂਟ ਸੀ ਉਹਨੇ ਪੋਪੂਲੇਸ਼ਨ ਪੋਲਿਸੀ ਨੂੰ ਐਪਲੀਕੇਬਲ ਕੀਤਾ ਸੀ ਬਟ ਇਟ ਇਜ਼ ਓਨਲੀ ਸਿੰਸ 5th 5-year plans the policy relating to controlling the growth in population. 5th 5-year plan ਦੇ ਵਿੱਚ ਜਿਹੜੀ ਪਾਲਿਸੀ ਬਣਾਈ ਗਈ ਸੀ ਉਹ ਇਸ ਰਿਗਾਰਡਿੰਗ ਬਣਾਈ ਗਈ ਸੀ ਕਿ ਗਰੋਥ ਰੇਟ ਆਫ ਪੋਪੂਲੇਸ਼ਨ ਨੂੰ ਘੱਟ ਕੀਤਾ ਜਾ ਸਕੇ। ਇਹ ਪਾਲਿਸੀ ਕੁਝ ਏਮਸ ਨੂੰ ਅਚੀਵ ਕਰਨ ਵਿੱਚ ਸਕਸੈਸਫੁਲ ਰਹੀ ਅਤੇ ਕੁਝ ਆਬਜੈਕਟਿਵਸ ਨੂੰ ਅਚੀਵ ਕਰਨ ਦੇ ਵਿੱਚ ਅਨਸਕਸੈਸਫੁਲ ਰਹੀ। ਫਸਟ ਵੀ ਡਿਸਕਸ ਅਚੀਵਮੈਂਟ ਆਫ ਪੋਪੂਲੇਸ਼ਨ ਪਾਲਿਸੀ। ਫਸਟ ਇਜ਼ ਵਾਈਡ ਸਕੋਪ। ਇੰਡੀਆ ਵਰਲਡ ਦੀ ਪਹਿਲੀ ਕੰਟਰੀ ਸੀ ਜਿਹਨੇ ਪਲੈਨਡ ਪਾਲਿਸੀ ਅਡੋਪਟ ਕੀਤੀ ਸੀ ਫॉर ਪੋਪੂਲੇਸ਼ਨ ਕੰਟਰੋਲ ਦੇ ਲਈ। 1952 ਦੇ ਵਿੱਚ ਜਿਹੜੀ ਪੋਪੂਲੇਸ਼ਨ ਕੰਟਰੋਲ ਪ੍ਰੋਗਰਾਮ ਬਣਾਇਆ ਗਿਆ ਸੀ ਉਸ ਨੂੰ ਵਲੰਟਰੀ ਬੇਸਿਸ 'ਤੇ ਇੰਪਲੀਮੈਂਟ ਕੀਤਾ ਗਿਆ ਸੀ ਬਟ ਜਿਹੜੇ ਇੰਪਲੀਮੈਂਟ ਕੀਤਾ ਸੀ ਸਿਰਫ ਸਮੋਲ ਸਕੇਲ ਲੈਵਲ 'ਤੇ ਕੀਤਾ ਗਿਆ ਸੀ। 1976 ਦੇ ਵਿੱਚ ਇਸ ਪਾਲਿਸੀ ਨੂੰ ਦੁਬਾਰਾ ਰੀਆਰਗਨਾਈਜ਼ 'ਤੇ ਕੀਤਾ ਗਿਆ। ਇਟ ਸਕੋਪ ਵਾਜ਼ ਆਲਸੋ ਵਾਈਡਨਡ ਐਂਡ ਪ੍ਰੋਗਰਾਮਸ। ਇਹਦਾ ਸਕੋਪ ਵਾਈਡ ਕੀਤਾ ਗਿਆ, ਉਸ ਵਿੱਚ ਬਹੁਤ ਸਾਰੇ ਪ੍ਰੋਗਰਾਮਸ ਨੂੰ ਇਨਕਲੂਡ ਕੀਤਾ ਗਿਆ ਇਨਕਲੂਡਿੰਗ ਬਰਥ ਕੰਟਰੋਲ, ਉਸ ਤੋਂ ਇਲਾਵਾ ਮੈਟਰਨਿਟੀ ਐਂਡ ਚਾਈਲਡ ਵੈਲਫੇਅਰ, ਹੈਲਥ ਐਂਡ ਨਿਊਟ੍ਰੀਸ਼ਨ ਐਕਸੈਕਟਰਾ ਨੂੰ ਵੀ ਇਨਕਲੂਡ ਕੀਤਾ ਗਿਆ। ਨੈਕਸਟ ਇਜ਼ ਮੈਨੀ ਆਰਗੇਨਾਈਜੇਸ਼ਨ। ਪੋਪੂਲੇਸ਼ਨ ਪੋਲਿਸੀ ਦੇ ਕਾਰਨ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਲਾਈਕ ਨੈਸ਼ਨਲ ਕਮਿਸ਼ਨਸ ਔਨ ਪੋਪੂਲੇਸ਼ਨ, ਸਟੇਟ ਕਮਿਸ਼ਨ ਔਨ ਪੋਪੂਲੇਸ਼ਨ ਐਂਡ ਇਹਨਾਂ ਸਾਰਿਆਂ ਕਮਿਸ਼ਨ ਨੂੰ ਸੈਟਅਪ ਕੀਤਾ ਗਿਆ ਫॉर ਐਕਸੈਸਿਵ ਗਰੋਥ ਇਨ ਪੋਪੂਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ। ਐਜ਼ ਅ ਰਿਜ਼ਲਟ ਆਫ ਦਿਸ ਪਾਲਿਸੀ ਫੈਮਿਲੀ ਪਲੈਨਿੰਗ ਸੈਂਟਰਸ, ਟ੍ਰੇਨਿੰਗ ਸੈਂਟਰਸ ਐਂਡ ਰਿਸਰਚ ਲੈਬੋਰੇਟਰੀਜ਼ ਨੂੰ ਸੈਟਅਪ ਕੀਤਾ ਗਿਆ ਰੂਰਲ ਐਂਡ ਅਰਬਨ ਏਰੀਆ ਦੇ ਵਿੱਚ। ਇਸ ਪੋਪੂਲੇਸ਼ਨ ਪੋਲਿਸੀ ਦੇ ਕਾਰਨ ਪੀਪਲ ਨੂੰ, ਲੋਕਾਂ ਨੂੰ ਅਵੇਅਰ ਕੀਤਾ ਗਿਆ ਰਿਗਾਰਡਿੰਗ ਦੀ ਨੀਡ ਫॉर ਫੈਮਿਲੀ ਪਲੈਨਿੰਗ। ਨੈਕਸਟ ਇਜ਼ ਵਾਈਡ ਪਬਲਿਸਿਟੀ। The various modes for population control were widely published and many different methods were adopted to publish the various method of family planning. ਵੇਰੀਅਸ ਮੈਥਡ ਆਫ ਫੈਮਿਲੀ ਪਲੈਨਿੰਗ ਨੂੰ ਸਪਰੈਡ ਕਰਨ ਦੇ ਲਈ ਬਹੁਤ ਸਾਰੇ ਮੈਥਡਸ ਅਡੋਪਟ ਕੀਤੇ ਗਏ ਉਹਨਾਂ ਦੀ ਪਬਲਿਸਿਟੀ ਕਰਨ ਦੇ ਲਈ, ਲਾਈਕ ਟੈਲੀਵਿਜ਼ਨ ਥਰੂ, ਨਿਊਜ਼ਪੇਪਰ ਦੇ ਥਰੂ ਐਕਸੈਕਟਰਾਸ। ਠੀਕ ਹੈ, ਤਾਂ ਉਹਨਾਂ ਦੀ ਵਾਈਡਲੀ ਪਬਲਿਸਿਟੀ ਕੀਤੀ ਗਈ। ਨੈਕਸਟ ਇਜ਼ ਇੰਪਰੂਵਮੈਂਟ ਇਨ ਹੈਲਥ ਇਨਫਰਾਸਟਰਕਚਰ। ਨੈਸ਼ਨਲ ਪੋਪੂਲੇਸ਼ਨ ਪੋਲਿਸੀ ਦੇ ਓਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਗਵਰਨਮੈਂਟ ਨੇ ਹੈਲਥ ਇਨਫਰਾਸਟਰਕਚਰ ਨੂੰ ਅਪਗ੍ਰੇਡ ਕੀਤਾ ਰੂਰਲ ਅਤੇ ਅਰਬਨ ਏਰੀਆ ਦੋਨੋਂ ਏਰੀਆਸ ਦੇ ਵਿੱਚ। ਇਸ ਦੇ ਕਾਰਨ ਕੀ ਹੋਇਆ ਕਿ ਡੈਥ ਰੇਟ ਦੇ ਵਿੱਚ ਕੰਟਰੋਲ ਆਇਆ, ਇਨਫੈਂਟ ਮੋਰਟੈਲਿਟੀ ਰੇਟ ਐਂਡ ਚਾਈਲਡ ਮੋਰਟੈਲਿਟੀ ਰੇਟ ਐਂਡ ਮੈਟਰਨਲ ਮੋਰਟੈਲਿਟੀ ਰੇਟ ਉਹਨਾਂ ਵਿੱਚ ਵੀ ਡਿਕਲਾਈਨ ਆਇਆ। ਇਸ ਤੋਂ ਇਲਾਵਾ ਗਵਰਨਮੈਂਟ ਨੇ ਨੈਸ਼ਨਲ ਰੂਰਲ ਹੈਲਥ ਮਿਸ਼ਨ, ਨੈਸ਼ਨਲ ਅਰਬਨ ਹੈਲਥ ਮਿਸ਼ਨ, ਜਨਨੀ ਸੁਰੱਖਿਆ ਯੋਜਨਾ, ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਇਹਨਾਂ ਦਾ ਵੀ ਸੈਟਅਪ ਕੀਤਾ। ਨੈਕਸਟ ਇਜ਼ ਕੰਟਰੋਲ ਓਵਰ ਬਰਥ ਰੇਟ ਐਂਡ ਡੈਥ ਰੇਟ। ਜਿਹੜੀ ਨੈਸ਼ਨਲ ਪੋਪੂਲੇਸ਼ਨ ਪੋਲਿਸੀ ਸੀ ਉਹ ਡੈਥ ਰੇਟ ਐਂਡ ਬਰਥ ਰੇਟ ਅਤੇ ਇਨਫੈਂਟ ਮੋਰਟੈਲਿਟੀ ਰੇਟ ਅਤੇ ਮੈਟਰਨਲ ਮੋਰਟੈਲਿਟੀ ਰੇਟ ਨੂੰ ਕੁਛ ਹੱਦ ਤੱਕ, ਸਮ ਐਕਸਟੈਂਟ ਤੱਕ ਉਸਨੂੰ ਅਚੀਵ ਕਰਨ ਦੇ ਵਿੱਚ ਸਕਸੈਸਫੁਲ ਰਹੀ ਸੀ। ਨੈਕਸਟ ਇਜ਼ ਫੇਲੀਅਰ ਔਰ ਸ਼ਾਰਟ ਕਮਿੰਗ ਆਫ ਪੋਪੂਲੇਸ਼ਨ ਪੋਲਿਸੀ। ਫਸਟ ਇਜ਼ ਨੈਰੋ ਵਿਊ। ਦਾ ਪਰਸਪੈਕਟਿਵ ਆਫ ਦਾ ਪੋਪੂਲੇਸ਼ਨ ਪੋਲਿਸੀ ਇਜ਼ ਵੈਰੀ ਨੈਰੋ। ਇਹ ਜਿਹੜੀ ਪੋਪੂਲੇਸ਼ਨ ਪੋਲਿਸੀ ਸੀ ਉਹ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੀ ਸੀ ਸਿਰਫ ਕੰਟਰਾਸੈਪਸ਼ਨਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੀ ਸੀ ਬਟ ਪੋਪੂਲੇਸ਼ਨ ਕੰਟਰੋਲ ਜਿਹੜੇ ਪੋਪੂਲੇਸ਼ਨ ਨੂੰ ਕੰਟਰੋਲ ਕਰਨਾ ਸੀ ਉਹ ਸਿਰਫ ਇਹਨਾਂ ਸਾਰੇ ਮੇਜਰਸ ਨੂੰ ਅਡੋਪਟ ਕਰਕੇ ਸਿਰਫ ਅਚੀਵ ਨਹੀਂ ਕੀਤਾ ਜਾ ਸਕਦਾ ਸੀ। ਇਸ ਤੋਂ ਇਲਾਵਾ ਰਿਡਕਸ਼ਨ ਆਫ ਪਾਵਰਟੀ, upliftment of standard of living and the spread of education are extremely necessary for achieving population control। ਮਤਲਬ ਕਿ ਪਾਵਰਟੀ ਨੂੰ ਘੱਟ ਕਰਨਾ ਅਤੇ ਲੋਕਾਂ ਦੇ ਸਟੈਂਡਰਡ ਆਫ ਲਿਵਿੰਗ ਨੂੰ ਹਾਈ ਕਰਨਾ ਅਤੇ ਐਜੂਕੇਸ਼ਨ ਦਾ ਸਪਰੈਡ ਵੀ ਬਹੁਤ ਜ਼ਿਆਦਾ ਨੈਸੈਸਰੀ ਸੀ ਪੋਪੂਲੇਸ਼ਨ ਕੰਟਰੋਲ ਨੂੰ ਅਚੀਵ ਕਰਨ ਦੇ ਲਈ। ਨੈਕਸਟ ਇਜ਼ ਲਿਮਿਟਡ ਪਬਲਿਸਿਟੀ। The second failure of the population policy is that it has not been published on a national scale। That means कि national scale ਤੇ population policy ਨੂੰ ਉਹਦੀ publicity ਨਹੀਂ ਕੀਤੀ ਗਈ। This is especially true in the case of rural area and among tribal area। ਮਤਲਬ ਕਿ ਰੂਰਲ ਅਤੇ ਪਿਛੜੇ ਇਲਾਕਿਆਂ ਦੇ ਵਿੱਚ ਉਸਦੀ ਕੋਈ publicity ਨਹੀਂ ਹੋਈ। Next is limited utilization of present infrastructure।
ਪੋਪੂਲੇਸ਼ਨ ਕੰਟਰੋਲ ਦੇ ਲਈ ਜਿਹੜੀ ਇੰਡੀਆ ਆ ਉਹ ਫੁੱਲੀ ਯੂਟੀਲਾਈਜ਼ ਨਹੀਂ ਕਰ ਪਾਈ ਪ੍ਰੈਜ਼ੈਂਟ ਇਨਫਰਾਸਟਰਕਚਰ ਨੂੰ, ਜਿਸ ਕਾਰਨ ਜਿਹੜੇ ਦੇਅਰ ਆਰ ਮੈਨੀ ਫੈਕਟਰ ਰਿਸਪੋਂਸੀਬਲ ਫॉर ਦਿਸ। ਇਸ ਲਈ ਬਹੁਤ ਸਾਰੇ ਫੈਕਟਰ ਰਿਸਪੋਂਸੀਬਲ ਆ, ਲਾਈਕ ਲੈਕ ਆਫ ਟ੍ਰੇਨਡ ਸਟਾਫ, lack of adequate aptitude among the staff, and limited use or misuse of the equipments for population control. Next is 1976 ਤੋਂ ਬਾਅਦ ਜਿਹੜੇ ਗਵਰਨਮੈਂਟ ਨੇ ਕੰਪਲਸਰੀ ਮੈਜਰਸ ਅਡੋਪਟ ਕੀਤੇ ਸੀ ਫॉर ਪੋਪੂਲੇਸ਼ਨ ਕੰਟਰੋਲ ਲਈ, ਐਂਡ ਡਿਊਰਿੰਗ ਦੀ ਐਮਰਜੈਂਸੀ ਹੈਡ ਏ ਵੈਰੀ ਬੈਡ ਇਫੈਕਟ ਔਨ ਦੀ ਪਬਲਿਕ। ਐਮਰਜੈਂਸੀ ਟਾਈਮ ਉਹਨਾਂ ਦਾ ਪਬਲਿਕ ਉੱਤੇ ਬੈਡ ਇਫੈਕਟ ਪਿਆ। ਨੈਕਸਟ ਇਜ਼ ਲਿਮਿਟਡ ਰਿਸਰਚ। ਜਿਹੜੀ ਪੋਪੂਲੇਸ਼ਨ ਕੰਟਰੋਲ ਦੇ ਫੀਲਡ ਵਿੱਚ ਜਿਹੜੀ ਰਿਸਰਚ ਕੰਡਕਟ ਕੀਤੀ ਸੀ ਗਵਰਨਮੈਂਟ ਨੇ ਉਹ ਬਹੁਤ ਹੀ ਲਿਮਿਟਡ ਸੀ, ਐਡਿਕੁਏਟ ਐਫਰਟਸ ਨਹੀਂ ਕੀਤੇ ਜਾਂਦੇ ਸੀਗੇ for to development a simple and cheap means of birth control which has no side effect. Next is failed to achieve the target of reduction in infant mortality rate and maternal mortality rate in national population policy 2000। ਉਸ ਦੇ ਵਿੱਚ ਟਾਰਗੇਟ ਕੀਤਾ ਗਿਆ ਸੀ ਕਿ ਇਨਫੈਂਟ ਮੋਰਟੈਲਿਟੀ ਰੇਟ ਨੂੰ ਘੱਟ ਕਰਨਾ ਹੈ, ਬਿਲੋ ਕਰਨਾ 30 ਪਰ 1000 ਅਤੇ ਮੈਟਰਨਲ ਮੋਰਟੈਲਿਟੀ ਰੇਟ ਨੂੰ 1 ਪਰ 1000 ਤੋਂ ਘੱਟ ਕਰਨਾ 2010 ਤੱਕ। ਬਟ ਨੈਸ਼ਨਲ ਪੋਪੂਲੇਸ਼ਨ ਪੋਲਿਸੀ ਜਿਹੜੀ ਫੇਲਡ ਹੋ ਗਈ ਇਸ ਟਾਰਗੇਟ ਨੂੰ ਅਚੀਵ ਕਰਨ ਦੇ ਵਿੱਚ। ਇਨ ਈਅਰ 2016 ਜਿਹੜੀ ਇਨਫੈਂਟ ਮੋਰਟੈਲਿਟੀ ਰੇਟ ਸੀ ਉਹ ਕਿਸੇ 34 ਪਰ 1000 ਐਂਡ ਮੈਟਰਨਲ ਮੋਰਟੈਲਿਟੀ ਰੇਟ 2014 ਦੇ ਵਿੱਚ ਸੀਗੀ 1.74 ਪਰ 1000। Next is failed to achieve the target of reduction in birth rate and total fertility rate. ਨੈਸ਼ਨਲ ਪੋਪੂਲੇਸ਼ਨ ਪੋਲਿਸੀ ਸੀ ਜਿਹੜੀ ਆਪਣੇ ਬਰਥ ਰੇਟ ਅਤੇ ਟੋਟਲ ਫਰਟੀਲਿਟੀ ਰੇਟ ਦੇ ਟਾਰਗੇਟ ਨੂੰ ਵੀ ਅਚੀਵ ਕਰਨ ਵਿੱਚ ਫੇਲ ਹੋ ਗਈ ਸੀ। ਨੈਸ਼ਨਲ ਪੋਪੂਲੇਸ਼ਨ ਪੋਲਿਸੀ 2000 ਦਾ ਟਾਰਗੇਟ ਸੀ ਕਿ ਬਰਥ ਰੇਟ ਨੂੰ 21 ਪਰ 1000 ਬਾਈ ਈਅਰ 2010 ਤੱਕ ਘੱਟ ਕਰਨਾ ਸੀ, ਬਟ ਇਨ ਦਾ ਈਅਰ 2010 ਜਿਹੜੀ ਐਕਚੁਅਲ ਬਰਥ ਰੇਟ ਸੀ ਉਹ ਕਿੰਨੀ ਸੀ 21.8 ਪਰ 1000। ਦੈਟ ਸ਼ੋ ਕਿ ਜਿਹੜੀ ਪੋਪੂਲੇਸ਼ਨ ਪੋਲਿਸੀ ਸੀ ਉਹ ਆਪਣੇ ਟਾਰਗੇਟ ਨੂੰ ਅਚੀਵ ਕਰਨ ਵਿੱਚ ਫੇਲ ਹੋ ਗਈ ਸੀ। ਨੈਕਸਟ ਇਜ਼ ਫੇਲਡ ਟੂ ਮੇਕ ਮਚ ਇੰਪੈਕਟ ਇਨ ਹਾਈ ਪੋਪੂਲੇਸ਼ਨ ਗਰੋਥ ਰੇਟ ਸਟੇਟਸ। ਨੈਸ਼ਨਲ ਪੋਪੂਲੇਸ਼ਨ ਪੋਲਿਸੀ 2000 ਜਿਹੜੀ ਸੀ ਉਹ ਜ਼ਿਆਦਾ ਸਕਸੈਸਫੁਲ ਨਹੀਂ ਹੋਈ। ਜਿਹੜੀ ਜ਼ਿਆਦਾ ਪੋਪੂਲੇਸ਼ਨ ਗਰੋਥ ਸਟੇਟ ਸੀ ਜਿਨ੍ਹਾਂ ਵਿੱਚ ਪੋਪੂਲੇਸ਼ਨ ਬਹੁਤ ਜ਼ਿਆਦਾ ਸੀ ਉਹ ਸਟੇਟ ਸੀ ਲਾਈਕ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਐਂਡ ਛੱਤੀਸਗੜ੍ਹ ਐਂਡ ਝਾਰਖੰਡ ਐਂਡ ਓਡੀਸ਼ਾ। ਇਹਨਾਂ ਸਟੇਟਸ ਦੇ ਵਿੱਚ ਜਿਹੜੀ ਪੋਪੂਲੇਸ਼ਨ ਪੋਲਿਸੀ ਸੀ ਜ਼ਿਆਦਾ ਸਕਸੈਸਫੁਲ ਨਹੀਂ ਹੋਈ, ਇਹਨਾਂ ਵਿੱਚ ਫੇਲਡ ਹੋ ਗਈ। ਨੈਕਸਟ ਇਜ਼ ਫੈਮਿਲੀ ਪਲੈਨਿੰਗ ਔਰ ਫੈਮਿਲੀ ਵੈਲਫੇਅਰ। rapid growth of population in India can effectively be lowered by resorting to family planning methods। family planning methods ਨੂੰ ਅਡੋਪਟ ਕਰਕੇ ਅਸੀਂ growth rate of population ਨੂੰ ਘੱਟ ਕਰ ਸਕਦੇ ਹਾਂ ਇੰਡੀਆ ਦੇ ਵਿੱਚ, ਕਿਉਂਕਿ ਸਮੋਲ ਸਾਈਜ਼ ਫੈਮਲੀਜ਼ ਦੇ ਹੋਣ ਦੇ ਨਾਲ ਉਹਨਾਂ ਕੀ ਹੋਏਗਾ ਸਟੈਂਡਰਡ ਆਫ ਲਿਵਿੰਗ ਆਫ ਦੀ ਫੈਮਿਲੀ ਇੰਪਰੂਵ ਹੋਏਗਾ। ਦੇਅਰ ਆਰ ਸੈਵਰਲ ਮੇਜਰਸ ਆਰ ਅਡੋਪਟ ਫॉर ਫੈਮਿਲੀ ਪਲੈਨਿੰਗ ਸੱਚ ਐਜ਼ ਬਰਥ ਕੰਟਰੋਲ ਮੇਜਰਸ, ਮੈਡੀਸਨਸ, ਆਪਰੇਸ਼ਨਸ, ਲੂਪ ਐਂਡ ਸਰਟਨ ਅਦਰ ਮੈਥਡਸ। The aim of family planning is to restrain the number of children per family to 1 or 2. And next is importance of family planning. First, benefits to the children. Growth rate of population ਦੇ ਘੱਟ ਹੋਣ ਕਾਰਨ due to family planning ਨਾ ਉਹਦਾ benefits ਕੀ ਹੋਏਗਾ ਸਪੈਸ਼ਲੀ ਚਿਲਡਰਨਸ ਨੂੰ ਹੋਏਗਾ, ਕਿਉਂਕਿ ਜਦੋਂ ਬਰਥ ਰੇਟ ਘੱਟ ਹੋਏਗਾ ਉਸ ਕਾਰਨ ਇਮੀਡੀਏਟਲੀ ਨੰਬਰ ਆਫ ਚਿਲਡਰਨਸ ਵੀ ਘੱਟ ਹੋਏਗੇ। ਨੰਬਰ ਆਫ ਚਿਲਡਰਨਸ ਘੱਟ ਹੋਏਗੇ ਦੈਟ ਮੀਨਸ ਕਿ ਉਹਨਾਂ ਨੂੰ ਪ੍ਰੋਪਰ ਕੇਅਰ ਮਿਲੂਗੀ, ਪ੍ਰੋਪਰ ਹੈਲਥ ਫੈਸਿਲਿਟੀਜ਼ ਮਿਲੇਗੀਆਂ, ਬੈਟਰ ਫੂਡ ਮਿਲੇਗਾ ਐਂਡ ਬੈਟਰ ਕੇਅਰ ਮਿਲੇਗੀ। ਨੈਕਸਟ ਇਜ਼ ਬੈਨੀਫਿਟਸ ਟੂ ਦੀ ਪੇਰੈਂਟਸ। ਫੈਮਿਲੀ ਪਲੈਨਿੰਗਸ ਦੇ ਕਾਰਨ ਜਿਹੜੀ ਫੇਵਰੇਬਲ ਇਫੈਕਟ ਪਏਗਾ ਪੇਰੈਂਟਸ ਦੀ ਹੈਲਥ ਦੇ ਉੱਪਰ ਵੀ, ਕਿਉਂਕਿ ਵਿਦ ਲੈਸ ਨੰਬਰ ਆਫ ਚਿਲਡਰਨ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਹਾਈ ਹੋਏਗਾ, ਉਹਨਾਂ ਨੂੰ ਪ੍ਰੋਪਰ ਹੈਲਥ ਫੈਸਿਲਿਟੀਜ਼ ਵੀ ਮਿਲ ਸਕਣਗੀਆਂ। ਨੈਕਸਟ ਇਜ਼ ਬੈਨੀਫਿਟਸ ਟੂ ਦੀ ਸੋਸਾਇਟੀ। ਫੈਮਿਲੀ ਪਲੈਨਿੰਗ ਦਾ ਬੈਨੀਫਿਟ ਸਿਰਫ ਇੰਡੀਵਿਜੂਅਲਸ ਨਹੀਂ ਸਗੋਂ ਸੋਸਾਇਟੀ ਨੂੰ ਵੀ ਉਹਦਾ ਬੈਨੀਫਿਟਸ ਹੁੰਦਾ ਹੈ, ਕਿਉਂਕਿ ਫੈਮਿਲੀ ਪਲੈਨਿੰਗਸ ਦੇ ਕਾਰਨ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਸਿਟੀਜ਼ਨਸ ਦਾ ਇੰਪਰੂਵ ਹੁੰਦਾ ਹੈ, ਜਿਸ ਕਾਰਨ ਕੁਆਲਿਟੀ ਆਫ ਹਿਊਮਨ ਫੈਕਟਰਸ ਇੰਪਰੂਵ ਹੁੰਦਾ ਹੈ ਅਤੇ ਸੋਸਾਇਟੀ ਬਿਕਮ ਬੈਟਰ, ਸੋਸਾਇਟੀ ਵਧੀਆ ਬਣਦੀ ਹੈ। ਨੈਕਸਟ ਇਜ਼ ਬੈਨੀਫਿਟਸ ਟੂ ਦੀ ਨੇਸ਼ਨ। ਪੂਰੇ ਨੇਸ਼ਨ ਦੇ ਵੈਲਫੇਅਰ ਦੇ ਲਈ ਫੈਮਿਲੀ ਪਲੈਨਿੰਗ ਬਹੁਤ ਨੈਸੈਸਰੀ ਆ।
ਪੋਪੂਲੇਸ਼ਨ ਗਰੋਥ ਦੇ ਵਿੱਚ ਰਿਡਕਸ਼ਨ ਹੋਣ ਦੇ ਨਾਲ ਜਿਹੜੀ ਪਰ ਕੈਪੀਟਾ ਇਨਕਮ ਇਨਕਰੀਜ਼ ਹੁੰਦੀ ਆ, ਜਿਸ ਦੇ ਕਾਰਨ ਕੀ ਹੁੰਦਾ, ਪਰ ਕੈਪੀਟਾ ਇਨਕਮ ਇਨਕਰੀਜ਼ ਹੋਣ ਨਾਲ ਸੇਵਿੰਗ ਇਨਕਰੀਜ਼ ਹੁੰਦੀ ਆ, ਸੇਵਿੰਗ ਇਨਕਰੀਜ਼ ਹੋਣ ਦੇ ਨਾਲ ਇਨਵੈਸਟਮੈਂਟ ਵੱਧਦੀ ਆ, ਅਤੇ ਇਨਵੈਸਟਮੈਂਟ ਹੋਣ ਦੇ ਨਾਲ ਕੈਪੀਟਲ ਫੋਰਮੇਸ਼ਨ ਹੁੰਦਾ, ਜਿਸ ਕਾਰਨ ਜਿਹੜਾ ਇਕਨੋਮਿਕ ਡਿਵੈਲਪਮੈਂਟ ਸਟਾਰਟ ਹੋ ਜਾਂਦੀ ਆ। ਨੈਕਸਟ ਇਜ਼ obstacle in the way of family planning in India। ਫਸਟ ਇਜ਼ ਪਾਵਰਟੀ। ਇੰਡੀਆ ਦੀ ਜਿਹੜੀ ਜ਼ਿਆਦਾਤਰ ਪੋਪੂਲੇਸ਼ਨ ਆ ਉਹ ਪੂਅਰ ਆ, ਉਹ ਅਫੋਰਡ ਨਹੀਂ ਕਰ ਸਕਦੇ ਐਕਸਪੈਂਸਿਸ ਔਨ ਦੀ ਪ੍ਰੀਵੈਂਟਿਵ ਮੇਜਰਸ ਆਫ ਫੈਮਿਲੀ ਪਲੈਨਿੰਗ। ਉਹ ਫੈਮਿਲੀ ਪਲੈਨਿੰਗ ਦੇ ਜਿਹੜੇ ਮੇਜਰਸ ਆ ਉਹਨਾਂ ਨੂੰ ਅਡੋਪਟ ਕਰਨ ਦੇ ਲਈ ਜਿਹੜੇ ਐਕਸਪੈਂਸਿਸ ਲੱਗਦੇ ਉਹਨਾਂ ਨੂੰ ਅਫੋਰਡ ਨਹੀਂ ਕਰ ਸਕਦੇ। ਨੈਕਸਟ ਇਜ਼ ਇਲਿਟਰੇਸੀ। The greatest obstacle in the way of family planning is the widespread illiteracy found in India। ਇੰਡੀਆ ਦੇ ਵਿੱਚ ਜਿਹੜੇ ਜ਼ਿਆਦਾਤਰ ਲੋਕੀ ਆ ਉਹ ਇਲਿਟਰੇਟ ਆ, ਇਸ ਕਰਕੇ ਆਪਣੀ ਇਲਿਟਰੇਸੀ ਦੇ ਕਾਰਨ ਜਿਹੜੀ ਪੋਪੂਲੇਸ਼ਨ ਆ, ਮੈਜੋਰਿਟੀ ਆਫ ਦੀ ਪੋਪੂਲੇਸ਼ਨ ਆ, ਉਹ ਫੈਮਿਲੀ ਪਲੈਨਿੰਗਸ ਦੇ ਮੇਜਰਸ ਦੀ ਸਿਗਨੀਫਿਕੈਂਸ ਨੂੰ ਨਹੀਂ ਸਮਝ ਪਾਉਂਦੇ। ਨੈਕਸਟ ਇਜ਼ ਫੈਟਲਿਜ਼ਮ। ਮੋਸਟ ਆਫ ਦੀ ਪੀਪਲ ਇਨ ਇੰਡੀਆ ਆਰ ਫੈਟਲਿਸਟ। ਦੈਟ ਮੀਨਸ ਦੇ ਹੈਵ ਟੂ ਮਚ ਫੇਥ ਇਨ ਫੇਟ। ਉਹਨਾਂ ਨੂੰ ਜ਼ਿਆਦਾ ਫੇਟ ਦੇ ਵਿੱਚ ਆਪਣੀ ਵਿਸ਼ਵਾਸ ਹੁੰਦਾ ਹੈ। ਉਹ ਕੀ ਸਮਝਦੇ ਕਿ ਜਿਹੜਾ ਚਾਈਲਡ ਆ ਉਹ ਐਜ਼ ਏ ਗਿਫਟ ਆਫ ਗੋਡ ਹੁੰਦਾ ਆ, ਇਸ ਕਰਕੇ ਉਹ ਫੈਮਿਲੀ ਪਲੈਨਿੰਗ ਦੇ ਮੈਥਡਸ ਦੇ ਵਿੱਚ ਇੰਨਾ ਜ਼ਿਆਦਾ ਬਿਲੀਵ ਨਹੀਂ ਕਰਦੇ। ਨੈਕਸਟ ਇਜ਼ ਰਿਲੀਜੀਅਸ ਓਪੋਜੀਸ਼ਨ। ਕੁਛ ਲੋਕ ਜਿਹੜੇ ਸਮਝਦੇ ਆ ਕਿ ਜਿਹੜਾ ਫੈਮਿਲੀ ਪਲੈਨਿੰਗ ਆ ਇੱਕ ਐਂਟੀ ਰਿਲੀਜੀਅਸ ਅਤੇ ਇੱਕ ਇਮੋਰਲ ਐਕਟ ਆ, ਜਿਸ ਕਰਕੇ ਉਹ ਜਿਹੜਾ ਫੈਮਿਲੀ ਪਲੈਨਿੰਗਸ ਨੂੰ ਉਹ ਅਡੋਪਟ ਨਹੀਂ ਕਰਦੇ। ਨੈਕਸਟ ਇਜ਼ ਸ਼ੋਰਟੇਜ ਆਫ ਟ੍ਰੇਨਡ ਸਟਾਫ। There is a shortage of trained staff including doctors and nurses. There is only one doctor for every 743 person। shortage of trained manpower ਵੀ ਇੱਕ ਰੀਜ਼ਨ ਆ, ਰਿਸਪੋਂਸੀਬਲ ਆ for poor performance of the policy of family planning। next is lack of publicity। ਇੰਡੀਆ ਇਜ਼ ਪ੍ਰੀਡੋਮੀਨੈਂਟਲੀ ਏ ਰੂਰਲ ਕੰਟਰੀ। ਇੰਡੀਆ ਇੱਕ ਰੂਰਲ ਕੰਟਰੀ ਆ ਪ੍ਰੀਡੋਮੀਨੈਂਟਲੀ, ਜਿਹੜੀ 60% ਆਫ ਪੋਪੂਲੇਸ਼ਨ ਆ ਉਹ ਵਿਲੇਜ ਏਰੀਆ ਦੇ ਵਿੱਚ ਰਹਿੰਦੀ ਹੈ, ਜਿੱਥੇ ਪ੍ਰੋਪਰ ਪਬਲਿਸਿਟੀ ਨਹੀਂ ਕੀਤੀ ਜਾਂਦੀ ਫੈਮਿਲੀ ਪਲੈਨਿੰਗ ਅਤੇ ਫੈਮਿਲੀ ਵੈਲਫੇਅਰ ਦੇ ਲਈ, ਜਿਸ ਕਾਰਨ ਲੈਕ ਆਫ ਪਬਲਿਸਿਟੀ ਦੇ ਕਾਰਨ ਵੀ ਲੋਕ ਫੈਮਿਲੀ ਵੈਲਫੇਅਰ ਨੂੰ ਜਾਂ ਫੈਮਿਲੀ ਪਲੈਨਿੰਗ ਮੈਥਡਸ ਨੂੰ ਅਡੋਪਟ ਨਹੀਂ ਕਰਦੇ। ਨੈਕਸਟ ਇਜ਼ ਸੁਜੈਸ਼ਨਸ ਟੂ ਰਿਮੂਵ ਦੀ ਓਬਸਟੈਕਲਸ ਇਨ ਫੈਮਿਲੀ ਪਲੈਨਿੰਗ। ਫਸਟ ਇਜ਼ ਸਪਰੈਡ ਆਫ ਐਜੂਕੇਸ਼ਨ ਐਂਡ ਅਵੇਅਰ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਐਜੂਕੇਸ਼ਨ ਦਾ ਸਪਰੈਡ ਕਰਨਾ ਚਾਹੀਦਾ ਆ, ਤਾਂ ਕਿ ਜਦੋਂ ਉਹਨਾਂ ਨੂੰ ਇੰਪੋਰਟੈਂਸ ਦੱਸਣੀ ਚਾਹੀਦੀ ਹੈ ਕਿ ਸਮੋਲ ਫੈਮਿਲੀ ਸਾਈਜ਼ ਦੇ। ਐਂਡ ਵੀਮਨ ਸ਼ੁੱਡ ਗੈਟ ਮੋਰ ਐਮਪਲੋਇਮੈਂਟ ਓਪਰਚੁਨਿਟੀ। ਵੂਮੈਨਸ ਨੂੰ ਮੋਰ ਐਮਪਲੋਇਮੈਂਟ ਓਪਰਚੁਨਿਟੀ ਪ੍ਰੋਵਾਈਡ ਕਰਨੀਆਂ ਚਾਹੀਦੀਆਂ, ਜਿਸ ਕਾਰਨ ਉਹਨਾਂ ਦਾ ਸੋਸ਼ਲ ਸਟੇਟਸ ਰਾਈਜ਼ ਹੋਏਗਾ। ਨੈਕਸਟ ਇਜ਼ ਮੋਰ ਫਾਈਨੈਂਸ਼ੀਅਲ ਅਸਿਸਟੈਂਸ। ਉਹਨਾਂ ਫੈਮਲੀਜ਼ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਵਾਈਡ ਕਰਨੀ ਚਾਹੀਦੀ ਹੈ ਜਿਹੜੇ ਕਿ ਮੈਥਡਸ ਅਡੋਪਟ ਕਰਦੇ ਆ ਫॉर ਬਰਥ ਕੰਟਰੋਲਸ। ਬਰਥ ਕੰਟਰੋਲ ਲਈ ਜਿਹੜੇ ਡਿਵਾਈਸ ਨੂੰ ਅਡੋਪਟ ਕਰਦੇ ਆ। ਨੈਕਸਟ ਇਜ਼ ਪਬਲਿਸਿਟੀ। ਫੈਮਿਲੀ ਪਲੈਨਿੰਗ ਦੇ ਜਿਹੜੀ ਉਹਦੀ ਜ਼ਰੂਰਤ ਕੀ ਆ, ਉਹਦਾ ਸਿਗਨੀਫਿਕੈਂਸ ਕੀ ਆ, ਅਤੇ ਉਹਦੇ ਕਿਸ ਤਰ੍ਹਾਂ ਦੇ ਮੈਥਡਸ ਅਪਣਾਉਣੇ ਚਾਹੀਦਾ, ਉਸਦੀ ਪਬਲਿਸਿਟੀ ਕਰਨੀ ਚਾਹੀਦੀ ਹੈ ਗਵਰਨਮੈਂਟ ਨੂੰ ਥਰੂ TV, ਰੇਡੀਓ, ਸਿਨੇਮਾ, ਨਿਊਜ਼ਪੇਪਰ ਐਂਡ ਸਪੈਸ਼ਲ ਪੈਂਪਲੇਟਸ ਹੈ, ਤਾਂ ਕਿ ਲੋਕ ਅਵੇਅਰ ਹੋ ਸਕਣ। ਨੈਕਸਟ ਇਜ਼ ਸਟਰੋਂਗ ਮੇਜਰਸ ਇਨ ਇੰਡੀਆ। ਫੈਮਿਲੀ ਪਲੈਨਿੰਗ ਮੇਜਰਸ program is voluntary। some strong measures like गवर्नमेंट जॉब्स हो गया, कंटेस्टिंग इलेक्शंस हो गया, for the parents having excessive number of children can be taken to implement family planning program and to achieve zero growth rate of population। next is facilities of family planning। ਫੈਮਿਲੀ ਪਲੈਨਿੰਗ ਦੀ ਫੈਸਿਲਿਟੀ ਦੇ ਲਈ ਹੌਸਪੀਟਲ ਸੈਟਅਪ ਕਰਨੇ ਚਾਹੀਦੇ ਅਰਬਨ ਅਤੇ ਰੂਰਲ ਏਰੀਆ ਦੇ ਵਿੱਚ। ਲਾਰਜ ਨੰਬਰ ਆਫ ਫੈਮਿਲੀ ਪਲੈਨਿੰਗ ਸੈਂਟਰ ਸੈਟਅਪ ਕਰਨੇ ਚਾਹੀਦੇ ਆ। ਨੈਕਸਟ ਇਜ਼ ਚੇਂਜ ਇਨ ਸੋਸ਼ਲ ਆਊਟਲੁੱਕ। ਫੈਮਿਲੀ ਪਲੈਨਿੰਗ ਪ੍ਰੋਗਰਾਮ ਦੇ ਸਕਸੀਡ ਹੋਣ ਦੇ ਲਈ ਕਿ ਲੋਕਾਂ ਦੇ ਸੋਸ਼ਲ ਆਊਟਲੁੱਕ ਦੇ ਵਿੱਚ ਚੇਂਜ ਹੋਣਾ ਬਹੁਤ ਜ਼ਰੂਰੀ ਆ। ਜਿਹੜੇ ਪੂਅਰ ਪੀਪਲ ਹੁੰਦੇ ਉਹ ਕੀ ਸੋਚਦੇ ਆ ਕਿ ਜਿਹੜੇ ਉਹਨਾਂ ਦੇ ਕਿਡ ਆ ਉਹ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਲੇਬਰ ਦੇ ਵਿੱਚ ਭੇਜ ਦਿੰਦੇ ਆ ਕੰਮ ਕਰਨ ਦੇ ਲਈ, ਉਹਨਾਂ ਨੂੰ ਸੋਰਸ ਆਫ ਇਨਕਮ ਬਣਦੇ ਆ। ਇਸ ਲਈ ਫੈਮਿਲੀ ਪਲੈਨਿੰਗ ਦੇ ਮੈਥਡਸ ਤੇ ਸਕਸੈਸਫੁਲ ਹੋਣ ਲਈ ਲੋਕਾਂ ਦੇ ਸੋਸ਼ਲ ਆਊਟਲੁੱਕ ਵਿੱਚ ਚੇਂਜ ਹੋਣਾ ਬਹੁਤ ਜ਼ਰੂਰੀ ਆ। ਨੈਕਸਟ ਇਜ਼ ਫਾਲ ਇਨ ਇਨਫੈਂਟ ਮੋਰਟੈਲਿਟੀ ਰੇਟ। ਇਨਫੈਂਟ ਐਂਡ ਮੈਟਰਨਲ ਮੋਰਟੈਲਿਟੀ ਰੇਟ ਸ਼ੁੱਡ ਬੀ ਬਰੋਡ ਡਾਊਨ
प्रोविजन शुड बी मेड फॉर गुड डाइट देनी चाहिए, इफेक्टिव मेडिसिनस हो गया, क्लीनीनेस हो गया, वैक्सीनेशनस हो गया अगेंस्ट एपीडेमिक्स एंड क्लीन ड्रिंकिंग वाटर। लेट मैरिज अमंग विमेंस ते मैन ते विमेंस दे विच ये स्प्रैड करना चाहिए कि लेट मैरिज के बैनीफिट्स जिस दे नाल की जिहड़ी आ ग्रोथ रेट ऑफ पॉपूलेशन डिक्रीज़ होएगी। नैक्सट इज़ डेमोग्राफिक डिविडेंड। डेमोग्राफिक डिविडेंड नूं असीं पॉपूलेशन डिविडेंड भी कहा जाता है। इट रेफर्स टू इनक्रीजिंग शेयर ऑफ वर्किंग और यंग पॉपूलेशन इन दी एज स्ट्रक्चर ऑफ कंट्री पॉपूलेशन। जो कंट्री की पॉपूलेशन दे विच वर्किंग पॉपूलेशन ज़्यादा होंदी आ उस दे नाल की हुंदा कि देश की इकनॉमिक ग्रोथ भी ज़्यादा होंदी आ। एज पर एज स्ट्रक्चर पॉपूलेशन इज़ डिवाइडेड इन 3 पार्ट्स। पॉपूलेशन इन दी एज ऑफ 0 to 14, पॉपूलेशन इन दी एज ग्रुप ऑफ 15 to 49, पॉपूलेशन इन दी एज ग्रुप ऑफ 60 और अबव। जिहड़ी एज ग्रुप ऑफ 15 एंड 49 होंदी आ उसनूं असीं वर्किंग पॉपूलेशन कहंदे आ। 0 to 14 एंड 60 और उस तो ज़्यादा दी एज वाले ग्रुप नूं असीं डिपेंडेंट पॉपूलेशन कहंदे आ, क्योंकि वो वर्किंग पॉपूलेशन होंदी काम नहीं करती, वो डिपेंड करती आ अपने फॉर कंजम्पशन के लिए फूड के लिए दूसरे लोगों के। ठीक है, अगर कहते पॉपूलेशन दे विच वर्किंग एज पॉपूलेशन ज़्यादा होएगी एंड नॉन वर्किंग पॉपूलेशन घट होएगी दैन उस इकोनॉमी दे विच इकनॉमिक ग्रोथ ऑटोमैटिकली ज़्यादा होएगी। Demographic transition can have positive impact on economic development in the following ways. First is increase in saving and investment rate. साइज़ ऑफ वर्किंग पॉपूलेशन के इनक्रीज़ होने के नाल एंड डिपेंडेंट पॉपूलेशन के डिक्रीज़ होने के नाल जिहड़ी इनकम इनक्रीज़ होएगी उस दे नाल की होएगा एज़ कंपेयर टू कंजम्पशन एक्सपेंडिचर उस दे नाल की होएगी सेविंग ज़्यादा होएगी। सेविंग ज़्यादा होएगी तो इन्वेस्टमेंट ज़्यादा होएगी तो ऑटोमैटिकली कैपिटल फॉर्मेशन ज़्यादा होएगा। नैक्सट इज़ इंप्रूवमेंट इन क्वालिटी ऑफ ह्यूमन रिसोर्स। बर्थ रेट के डिक्रीज़ होने के नाल फैमिली साइज स्मॉल होणगे तो फैमिली स्मॉल होने के कारण जिहड़ी फैमिली ते नेशन आ वो हैल्थ केयर एजुकेशन न्यूट्रिशनस एंड स्किल फॉर्मेशन एक्सैक्ट्रा ते ज़्यादा पैसा स्पेंड कर सकते हैं, जिस कारण जिहड़ी इट विल इंप्रूव द क्वालिटी एंड एफिशिएंसी ऑफ ह्यूमन रिसोर्स, जिस कारण ह्यूमन रिसोर्स की क्वालिटी ते एफिशिएंसी इंप्रूव होएगी। कि बैटर क्वालिटी ह्यूमन रिसोर्स कैन कॉन्ट्रीब्यूट मोर टू इकनॉमिक ग्रोथ, जिस कारण इकनॉमिक ग्रोथ विच भी बैटर कॉन्ट्रीब्यूट होएगा। नैक्सट इज़ इनक्रीज इन पार्टिसिपेशन बाय वीमेन। बर्थ रेट के घट होने के कारण विमेंस कोल स्पेयर टाइम हो गया, जब ज़्यादा टाइम अवेलेबल हो गया फॉर इकनॉमिक एक्टिविटी विच पार्ट लैंदे लई। पास दे विच जो बर्थ रेट ज़्यादा सी जिहड़ियां विमेन सी अपना ज़्यादा टाइम स्पेंड करदियां सी फॉर चाइल्ड की अपब्रिंगिंग दे विच, इस करके उन्होंने टाइम नहीं मिलता सी इकनॉमिक ग्रोथ की एक्टिविटी विच पार्टिसिपेट करने लई जां कॉन्ट्रीब्यूट करने लई। बट नाउ विमेन्स ऑल्सो एक्टिवली पार्टिसिपेट इन इकनॉमिक एक्टिविटी विच प्रमोट इकनॉमिक ग्रोथ। नैक्सट इज सेविंग इन गवर्नमेंट स्पेंडिंग। बर्थ रेट के डिकलाइन होने के कारण पावर्टी भी थोड़ी उस दे नाल डिक्रीज़ कर जाती है, जिस कारण जो गवर्नमेंट पावर्टी एडिक्शन प्रोग्राम से स्पेंड करती सी वो भी घट जाता है। इनक्रीज़ इन अवेलेबिलिटी ऑफ वर्कफोर्स। डेमोग्राफिक डिविडेंड के कारण जोड़ा प्रपोर्शन ऑफ वर्किंग पॉपूलेशन आ वो इनक्रीज़ हो जाता है, जिसके कारण जी अवेलेबिलिटी ऑफ वर्कफोर्स होंगी है इकोनॉमी के विच वध जाती है। नैक्सट इज़ इनक्रीज़ इन डिमांड। मोर प्रपोर्शन ऑफ वर्किंग पॉपूलेशन रेजेस इनकम लैवल ऑफ हाउस होल्ड। वर्किंग पॉपूलेशन के ज़्यादा होने कारण जी हाउस होल्ड सैक्टर की इनकम वध जाती है। इनकम वधन के कारण डिमांड फॉर गुड्स इनक्रीज़ हो जाती है, जिसके कारण जो एग्रीगेट डिमांड इनक्रीज़ करती है इकोनॉमी के विच प्रोडक्शन भी इनक्रीज़ होने लग जाता है, जिस दे नाल इकोनॉमिक ग्रोथ की होंदी है, इकोनॉमिक ग्रोथ स्टार्ट हो जाती है।